ਨੈਕਸਟ ਆ ਬੱਚੇ ਕਾਈਨੇਮੈਟਿਕਸ ਇਨ 2 ਡਾਇਮੈਂਸ਼ਨਸ। ਤਾਂ ਆਪਾਂ 2 ਡਾਇਮੈਂਸ਼ਨ ਦੇ ਵਿੱਚ ਗੱਲ ਕਰਾਂਗੇ ਮੋਸ਼ਨ ਬਾਰੇ। ਤਾਂ ਇਹਦੇ ਚ ਮੇਨ ਟੌਪਿਕ ਹੁੰਦਾ ਜੋ ਪ੍ਰੋਜੈਕਟਾਈਲ ਮੋਸ਼ਨ, ਜੋ ਕਾਫੀ ਇੰਪੋਰਟੈਂਟ ਟੌਪਿਕ ਆ ਬੱਚੋ। ਪ੍ਰੋਜੈਕਟਾਈਲ ਹੁੰਦਾ ਕੀ ਆ ਦੇਖੋ, ਤਾਂ ਸਪੋਜ਼ ਕਰੋ ਇੱਕ ਕੋਈ ਆਬਜੈਕਟ ਆ ਜੋ ਕਿ ਇਸ ਜਗ੍ਹਾ ਤੇ ਖੜਾ, ਮਤਲਬ ਓਰੀਜਨ ਆ। ਓਰੀਜਨ ਮਤਲਬ 0 0 0 0 ਤੁਸੀਂ ਮੈਥ ਦੇ ਵਿੱਚ ਕੀਤਾ, ਮਤਲਬ 0 ਐਕਸ ਐਕਸਿਸ ਤੇ 0 ਵਾਈ ਐਕਸਿਸ। ਹੁਣ ਕੀ ਆ, ਇਹ ਕੀ ਆ, ਲੌਂਗ ਐਕਸ ਐਕਸਿਸ ਚੱਲਿਆ। ਆਪਾਂ ਨੂੰ ਪਤਾ ਆ ਐਕਸ ਐਕਸਿਸ ਹੁੰਦੀ ਆ, ਉੱਪਰ ਨੂੰ ਵਾਈ ਹੁੰਦੀ ਆ, ਠੀਕ ਆ। ਤਾਂ ਆ ਲੌਂਗ ਐਕਸ ਐਕਸਿਸ ਚੱਲਿਆ, ਤਾਂ ਜਦੋਂ ਉਹ ਚੱਲਿਆ ਸਟਾਰਟਿੰਗ ਵੈਲੋਸਿਟੀ ਕਿਹੜੇ ਅੱਖ ਨਾਲ ਲੈਂਦੇ ਹੁੰਦੇ ਆ, ਯੂ ਦੇ ਨਾਲ। ਤਾਂ ਅਲੋਂਗ ਐਕਸ ਐਕਸਿਸ ਚੱਲਿਆ ਤੇ ਇਹਦੀ ਸਟਾਰਟਿੰਗ ਵੈਲੋਸਿਟੀ ਕੀ ਲੈ ਲਈ, ਯੂ ਐਕਸ। ਤਾਂ ਉਹ ਕੀ ਆ, ਇਸ ਜਗ੍ਹਾ ਤੱਕ ਗਿਆ, ਠੀਕ ਆ। ਹੁਣ ਦੇਖੋ ਆਪਾਂ ਇਹਨੂੰ ਹੋਰੀਜ਼ੋਨਟਲ ਮੋਸ਼ਨ ਬੋਲਦੇ ਆ। ਹੋਰੀਜ਼ੋਨਟਲ ਮਤਲਬ ਜਿਹੜਾ ਇੱਕੋ ਲਾਈਨ ਦੇ ਵਿੱਚ ਹੋਵੇ ਸਿੱਧਾ, ਅਲੋਂਗ ਐਕਸ ਐਕਸਿਸ, ਉਹ ਮਤਲਬ ਹੋਰੀਜ਼ੋਨਟਲ ਮੋਸ਼ਨ ਹੁੰਦਾ ਤੁਹਾਡਾ। ਤਾਂ ਆਪਾਂ ਕੀ ਕਰਦੇ ਆ ਨਾ, ਇਹਦੇ ਤੇ ਇਕੁਏਸ਼ਨ ਆਫ ਮੋਸ਼ਨਸ ਲਾ ਦਿੰਦੇ ਆ। ਇਕੁਏਸ਼ਨ ਆਫ ਮੋਸ਼ਨ ਆਪਾਂ 3 ਪੜ੍ਹੀਆਂ। ਪਹਿਲੀ ਹੁੰਦੀ ਆ v = u + at, ਦੂਜੀ s = ut + ½ at ਸਕੁਅਰ। ਤਾਂ ਪਹਿਲੀਆਂ 2 ਹੀ ਵਰਤਣੀਆਂ, ਤੀਜੀ ਨਹੀਂ ਲਾਉਣੀ। ਦੇਖੋ ਸਟਾਰਟਿੰਗ 'ਚ ਦੇਖੋ ਪਹਿਲੀ ਲਾਤੀ ਆਪਾਂ, ਕੀ ਹੁੰਦੀ ਆ, u = ਜਾਂ v = u + at। ਤਾਂ v ਕਿੰਨੀ ਹੈ ਬੱਚੋ, ਹਾਂ। ਤਾਂ ਇੱਕ ਚੀਜ਼ ਦੱਸਣੀ ਸੀ ਵੀ ਆ ਜਿਹੜੀ ux ਆ ਨਾ, ਉਹਦੀ ਵੈਲੋਸਿਟੀ, ਤਾਂ ਆ ਜਦੋਂ ਇੱਥੇ ਪਹੁੰਚਿਆ ਤਾਂ ਇਹਦੇ 'ਚ ਕੋਈ ਐਕਸਲਰੇਸ਼ਨ ਨਹੀਂ ਆਈ। ਐਕਸਲਰੇਸ਼ਨ ਕੀ ਆ, 0। ਤਾਂ ਜਦੋਂ ਐਕਸਲਰੇਸ਼ਨ 0 ਆ, ਇਹਦਾ ਮਤਲਬ ਕੀ ਆ ਬਈ ਵੈਲੋਸਿਟੀ ਵਧੂਗੀ ਜਾਂ ਘਟੂਗੀ। ਐਕਸਲਰੇਸ਼ਨ 0 ਆ, ਤੁਸੀਂ ਦੱਸੋ। ux ਸਟਾਰਟਿੰਗ ਵੈਲੋਸਿਟੀ ux ਆ, ਐਕਸਲਰੇਸ਼ਨ 0 ਆ, ਤਾਂ ਉਹਦੀ ਵੈਲੋਸਿਟੀ 'ਚ ਕੋਈ ਵਾਧਾ ਘਾਟਾ ਹੋਊਗਾ ਕਿ ਨਹੀਂ ਹੋਊਗਾ, ਨਹੀਂ ਹੋਊਗਾ, ਕਿਉਂਕਿ ਐਕਸਲਰੇਸ਼ਨ ਕੀ ਹੁੰਦੀ ਆ, ਚੇਂਜ ਇਨ ਵੈਲੋਸਿਟੀ। ਜੇ ਚੇਂਜ ਇਨ ਵੈਲੋਸਿਟੀ 0 ਆ ਤਾਂ ਇੱਥੇ ਵੀ ਕੀ ਆ, ਸੇਮ ਵੈਲੋਸਿਟੀ ਪਹੁੰਚੂਗੀ, ux ਹੀ ਇੱਥੇ ਪਹੁੰਚੂਗੀ ਆਖਰ ਤੇ, ux। ਤਾਂ ਆਹ ਫਾਰਮੂਲਾ ਹੁੰਦਾ v = u + at, ਪਹਿਲੀ ਇਕੁਏਸ਼ਨ। ਤਾਂ v ਦੀ ਹੈਗਾ vx, ਕਿਉਂਕਿ ਆਪਾਂ ਲੌਂਗ x ਐਕਸਿਸ ਜਾ ਰਹੇ ਹਾਂ। ਸਟਾਰਟਿੰਗ ਵੈਲੋਸਿਟੀ ਕਿੰਨੀ ਸੀ, ux, ਠੀਕ ਆ, ਪਲੱਸ a ਤਾਂ 0 ਆ, ਇੰਟੂ t ਵੀ 0 ਹੋ ਜੂ। ਤਾਂ ਕੀ ਆ ਜੂ, vx = ux। ਤਾਂ ਪਹਿਲੀ ਇਕੁਏਸ਼ਨ ਬਣ ਗਈ vx = ux। ਦੂਜੀ ਇਕੁਏਸ਼ਨ ਕੀ ਹੁੰਦੀ ਆ, s = ut + ½ s = ut + ½ at ਸਕੁਅਰ। ਹੁਣ ਇਹਦੇ ਤੇ ਟਰਮ ਲਾ ਦਿਓ, ਆ a 0 ਆ ਤਾਂ ਆ ਸਾਰੀ ਟਰਮ 0 ਬਣ ਜਾਣੀ ਆ। ਤਾਂ s ਦੀ ਹੈਗਾ sx, ਠੀਕ ਆ, ਕਿਉਂਕਿ ਆਪਾਂ ਲੌਂਗ x, s ਕੀ ਹੁੰਦਾ ਡਿਸਟੈਂਸ। ਤਾਂ ux t। ਤਾਂ ਆ ਕੀ ਬਣ ਗਈ ਤੁਹਾਡੀ ਸੈਕੰਡ ਇਕੁਏਸ਼ਨ, sx = ux + t, ½ at ਸਕੁਅਰ। ਤਾਂ 0 ਹੋ, ਕਿਉਂਕਿ a 0 ਆ। ਹੁਣ ਆਪਾਂ ਸਪੋਜ਼ ਕਰਦੇ ਹਾਂ ਵੀ ਇੱਥੋਂ ਲੈ ਕੇ ਇੱਥੋਂ ਤੱਕ ਜਿਹੜੀ ਤੁਹਾਡੀ ਟੋਟਲ ਡਿਸਟੈਂਸ ਆ ਉਹ ਹੈਗੀ ਆ r। r ਆਪਣੇ ਆਬਜੈਕਟ ਨੇ ਡਿਸਟੈਂਸ ਕਵਰ ਕੀਤੀ ਆ, ਠੀਕ ਆ। ਤਾਂ ਆਹ ਕੋਆਰਡੀਨੇਟ ਕੀ ਹੋ ਗਿਆ, r0। r0 ਮਤਲਬ x ਅਲੋਂਗ x ਐਕਸਿਸ r ਚੱਲਿਆ ਤੇ ਅਲੋਂਗ y ਐਕਸਿਸ ਤਾਂ 0 ਆ, ਕਿਉਂਕਿ ਉੱਪਰ ਨੂੰ ਤਾਂ ਗਿਆ ਹੀ ਨਹੀਂ, ਠੀਕ ਆ। ਤਾਂ s ਕਿੰਦਾ ਡਿਸਪਲੇਸਮੈਂਟ। ਤਾਂ ਡਿਸਪਲੇਸਮੈਂਟ ਕਿੰਨੀ ਹੋਈ ਇੱਥੋਂ ਲੈ ਕੇ ਇੱਥੋਂ ਤੱਕ ਆਪਾਂ ਪਤਾ ਕਰ ਲੈਂਦੇ ਹਾਂ। ਫਾਈਨਲ ਕਿੰਨੀ ਹੈ ਡਿਸਪਲੇਸਮੈਂਟ, r, ਸਟਾਰਟਿੰਗ ਕਿੰਨੀ ਸੀ 0, r - 0। ਤਾਂ ਟੋਟਲ ਡਿਸਪਲੇਸਮੈਂਟ r, ਤਾਂ sx ਦੀ ਹੈ ਕੀ ਭਰਿਆ r, ਠੀਕ ਆ। ਤਾਂ ਆ ਉਵੇਂ r = ux t। ਤਾਂ ਇਹ ਬੱਚੋ ਆ ਗਿਆ ਰੇਂਜ ਦਾ ਫਾਰਮੂਲਾ, ਫਾਰਮੂਲਾ ਆਫ ਰੇਂਜ। ਤਾਂ ਇਹ ਫਾਰਮੂਲਾ ਆਪਾਂ ਯੂਜ਼ ਕਰਾਂਗੇ ਪ੍ਰੋਜੈਕਟਾਈਲ ਦੇ ਵਿੱਚ। ਰੇਂਜ ਮਤਲਬ ਆਪਣਾ ਜਿਹੜੀ ਚੀਜ਼ ਆ ਉਹ ਆਖਰ ਤੱਕ ਕਿੱਥੋਂ ਤੱਕ ਗਈ, ਉਹਦੀ ਰੇਂਜ ਕਿੰਨੀ ਆ, ਟੋਟਲ ਸਟਾਰਟਿੰਗ ਪੁਆਇੰਟ ਤੋਂ ਲੈ ਕੇ ਫਾਈਨਲ ਪੁਆਇੰਟ ਤੱਕ ਉਹਨੇ ਕਿੰਨੀ ਡਿਸਟੈਂਸ ਕਵਰ ਕੀਤੀ ਆ, ਉਹ ਰੇਂਜ ਆ ਗਈ। ਤਾਂ ਰੇਂਜ ਦਾ ਫਾਰਮੂਲਾ ux t। ਅੱਗੇ ਵਰਟੀਕਲ ਮੋਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਵਰਟੀਕਲ ਮੋਸ਼ਨ। ਵਰਟੀਕਲ ਮਤਲਬ ਆਪਾਂ ਅਲੋਂਗ y ਐਕਸਿਸ ਚੱਲਾਂਗੇ। ਤਾਂ ਆਪਾਂ ਸਪੋਜ਼ ਕਰੋ ਇਸੇ ਆਬਜੈਕਟ ਨੂੰ ਤਾਂ ਨੂੰ ਸਿੱਟਿਆ ਹੁੰਦਾ, ਤਾਂ ਨੂੰ ਕਿਹੜੀ ਵੈਲੋਸਿਟੀ ਨਾਲ ਸਿੱਟਿਆ ਹੁੰਦਾ, u y, u ਕਿਉਂਕਿ ਸਟਾਰਟਿੰਗ ਵੈਲੋਸਿਟੀ ਤਾਂ u ਹੀ ਹੋਣੀ ਸੀ ਤੇ y ਅਲੋਂਗ y ਐਕਸਿਸ ਚੱਲਿਆ। ਇਹ ਵਰਟੀਕਲ ਮੋਸ਼ਨ ਆ। ਤਾਂ ਇਸ ਤੇ ਇਕੁਏਸ਼ਨ ਹੁਣ ਬੱਚੇ ਦੇਖੋ, ਜੇ ਉੱਪਰ ਨੂੰ ਆਪਾਂ ਸਿੱਟਾਂਗੇ ਤਾਂ ਇਹਦੇ 'ਚ ਐਕਸਲਰੇਸ਼ਨ 0 ਆਊਗੀ। ਆਪਾਂ 9th ਦੇ ਵਿੱਚ ਪੜ੍ਹਿਆ, ਕੋਈ ਵੀ ਚੀਜ਼ ਨੂੰ ਧਰਤੀ ਤੋਂ ਤਾਂ ਨੂੰ ਸਿੱਟਦੇ ਆ ਹਵਾ ਦੇ ਵਿੱਚ, ਤਾਂ ਉਹਦੇ 'ਚ ਐਕਸਲਰੇਸ਼ਨ ਆਉਂਦੀ ਆ ਕਿ ਨਹੀਂ ਆਉਂਦੀ, ਆਉਂਦੀ ਆ। ਕਿੰਨੀ ਆਉਂਦੀ ਆ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਦੇ ਕਾਰਨ g, ਠੀਕ ਆ। ਤਾਂ ਦੇਖੋ ਪਹਿਲੀ ਇਕੁਏਸ਼ਨ ਆਈ, ਉਸੇ ਤਰ੍ਹਾਂ ਵਰਟੀਕਲ ਮੋਸ਼ਨ ਤੇ ਪਹਿਲੀਆਂ 2 ਇਕੁਏਸ਼ਨਾਂ ਲਾ ਦੇਣੀਆਂ। ਪਹਿਲੀ ਇਕੁਏਸ਼ਨ v = u + at, vy ਫਾਈਨਲ ਵੈਲੋਸਿਟੀ vy, ਸਟਾਰਟਿੰਗ uy ਕਿਉਂਕਿ y ਵਰਟੀਕਲ ਕਰ ਰਹੇ ਆ, -gt।
ਕੀ ਹੁੰਦਾ ਇਹ v ਇਜ਼ ਇਕੁਅਲ ਟੂ u ਪਲਸ at v ਦੀ ਜਗ੍ਹਾ vy ਆ ਗਿਆ, u ਦੀ ਜਗ੍ਹਾ uy ਆ ਗਿਆ। a ਦੀ ਜਗ੍ਹਾ ਐਕਸਲੇਸ਼ਨ ਕਿਹਦੇ ਕਾਰਨ ਆ ਰਹੀ ਹੈ? ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਦੇ ਕਾਰਨ, g ਦੇ ਕਾਰਨ। ਤਾਂ ਉੱਪਰ ਨੂੰ ਜਾ ਰਹੀ ਹੁੰਦੀ ਆ ਚੀਜ਼ ਤਾਂ ਆਪਾਂ ਕੀ ਲੈ ਲੈਂਦੇ ਹਾਂ -g, ਕਿਉਂਕਿ ਵੈਲੋਸਿਟੀ ਆ ਉਹਦੀ ਘਟਦੀ ਆ, ਤਾਂ ਨੂੰ ਕੋਈ ਵੀ ਚੀਜ਼ ਸਿੱਟੋਗੇ ਤਾਂ ਉਹਦੀ ਸਪੀਡ ਹੌਲੀ ਹੌਲੀ ਘਟੀ ਜਾਊਗੀ। ਠੀਕ ਆ, ਤਾਂ a ਦੀ ਜਗ੍ਹਾ -g, t ਉਵੇਂ। ਤਾਂ ਪਹਿਲੀ ਇਕੁਏਸ਼ਨ ਆ ਦੇਖੋ, a ਇਜ਼ ਇਕੁਅਲ ਟੂ -g, ਤੁਹਾਨੂੰ ਪਤਾ ਹੋਣਾ ਇਸ ਦੇ ਵਿੱਚੋਂ। g ਕੀ ਹੁੰਦੀ? ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਠੀਕ ਹੈ, ਐਕਸਲੇਸ਼ਨ ਡਿਊ ਟੂ ਗ੍ਰੈਵਿਟੀ। ਜੇ ਤਾਂ ਥੱਲੇ ਨੂੰ ਆ ਰਹੀ ਹੈ ਤਾਂ ਪਲੱਸ ਦੀ ਜੀ, ਤੇ ਥੱਲੇ ਨੂੰ ਉੱਪਰ ਨੂੰ ਜਾ ਰਹੀ ਹੈ ਚੀਜ਼ ਤਾਂ ਮਾਈਨਸ ਦੀ ਜੀ। ਦੂਜੀ ਇਕੁਏਸ਼ਨ ਆਈ sy ਡਿਸਪਲੇਸਮੈਂਟ sy u/t ਮਾਈਨਸ 1/2 gt ਸਕੇਅਰ। ਠੀਕ ਆ, ਇਹ 'ਚ ਦੇਖੋ sy ਕੀ ਆ? ਹੁਣ sy ਵੇਖੋ ਇੱਥੇ 0 ਡਿਸਪਲੇਸਮੈਂਟ ਕਿਵੇਂ ਆਈ? ਹੁਣ ਕਿਸੇ ਚੀਜ਼ ਨੂੰ ਉੱਪਰ ਥੱਲੇ ਤਾਂ ਨੂੰ ਸਿੱਟਦੇ ਆ ਤਾਂ ਉਹ ਤਾਂ ਉੱਪਰ ਜਾ ਕੇ ਫਿਰ ਥੱਲੇ ਹੀ ਆਊਗੀ ਨਾ, ਆਖਰਕਾਰ ਜਿੱਥੋਂ ਚੱਲੀ ਉੱਥੇ ਹੀ ਆ ਗਈ। ਤਾਂ ਡਿਸਪਲੇਸਮੈਂਟ ਕਿੰਨੀ ਸੀ? 0। 0 ਕੀ ਹੁੰਦੀ ਆ? ਵੀ ਸਟਾਰਟਿੰਗ ਪੁਆਇੰਟ ਤੇ ਆਖਰੀ ਪੁਆਇੰਟ, ਤਾਂ ਕੋਈ ਵੀ ਚੀਜ਼ ਤਾਂ ਨੂੰ ਸਿੱਟੋਗੇ ਆਖਰਕਾਰ ਉੱਥੇ ਹੀ ਆਊਗੀ, ਉਸੇ ਜਗ੍ਹਾ ਤੇ ਥੱਲੇ। ਤਾਂ s ਕੀ ਆ ਗਈ? s/0, ਡਿਸਪਲੇਸਮੈਂਟ 0। ਤਾਂ u/t ਮਾਈਨਸ ਹਾਫ gt ਸਕੇਅਰ। ਹੁਣ ਦੇਖੋ ਆ ਜਿਹੜਾ ਹਾਫ gt ਸਕੇਅਰ ਆ ਉਹ ਇੱਧਰ ਲੈ ਆਓ, ਤਾਂ ਇਹ ਮਾਈਨਸ ਦਾ ਸੀਗਾ, ਹਾਫ gt ਸਕੇਅਰ ਇਹ ਪਲੱਸ ਦਾ ਹੋ ਗਿਆ, ਆ u/t ਉਵੇਂ ਹੀ ਰਹਿ ਗਿਆ। ਇਹਦੇ ਚੋਂ t ਦੀ ਵੈਲਿਊ ਕੱਢ ਲਓ। ਆ -gt ਕਿਉਂ ਆਇਆ? ਕਿਉਂਕਿ ਆ ਉੱਪਰ ਨੂੰ ਜਾ ਰਹੀ ਹੈ, ਤਾਂ ਇੱਥੇ ਵੈਸੇ ਤਾਂ ਪਲੱਸ ਹੁੰਦਾ, g ਮਾਈਨਸ ਦੀ ਲੈ ਲਈਏ ਇਹਦੀ ਜਗ੍ਹਾ। ਠੀਕ ਆ, ਤਾਂ t ਦੀ ਵੈਲਿਊ ਵੇਖੋ ਕਿੰਨੀ ਆਊਗੀ ਇਹਦੇ ਚੋਂ। ਤਾਂ t ਨੂੰ ਸ਼ਫਲ ਕਰਕੇ ਆ 2 ਉੱਪਰ ਜਾ ਵੜਿਆ, ਆ ਜੀ ਥੱਲੇ ਆ ਗਈ, ਇੱਕ t ਦੇ ਨਾਲ ਇੱਕ t ਕੈਂਸਲ ਆਊਟ ਹੋ ਗਈ। ਤਾਂ ਕਿੰਨਾ ਆ ਗਿਆ? t ਬਰਾਬਰ uy, ਆ ਜੀ ਥੱਲੇ uy/g ਤੇ ਆ 2 ਉੱਪਰ 2/uy/g। ਤਾਂ ਆ ਫਾਰਮੂਲਾ ਦੂਸਰਾ ਆ ਗਿਆ ਤੁਹਾਡਾ ਟਾਈਮ ਪੀਰੀਅਡ, ਟੋਟਲ ਟਾਈਮ ਆਫ ਫਲਾਈਟ। ਤਾਂ ਇਹ ਟਾਈਮ ਆਫ ਫਲਾਈਟ ਦਾ ਫਾਰਮੂਲਾ। ਠੀਕ ਆ, ਇਹ ਡੈਰੀਵੇਸ਼ਨ ਵੀ ਕਰਨੀ ਹੈ ਬੱਚੇ, ਤੁਹਾਡੀ ਬੁੱਕਸ ਦੇ ਵਿੱਚ ਹੋਊਗੀ ਟਾਈਮ ਆਫ ਫਲਾਈਟ। ਟਾਈਮ ਆਫ ਫਲਾਈਟ ਦਾ ਮਤਲਬ ਆ ਵੀ ਆਪ ਜਿਹੜੀ ਚੀਜ਼ ਸਿੱਟੀ ਉਹ ਕਿੰਨਾ ਟਾਈਮ ਹਵਾ 'ਚ ਰਹੀ, ਟਾਈਮ ਆਫ ਫਲਾਈਟ। ਤਾਂ ਫਾਰਮੂਲਾ 2uy/g। ਠੀਕ ਆ, ਅੱਗੇ ਹੁਣ ਆ ਜਿਹੜੀ ਟੀ ਦੀ ਵੈਲਿਊ ਤੁਸੀਂ ਕੱਢੀ ਆ, ਇਹਨੂੰ ਤੁਸੀਂ ਆ ਜਿਹੜੀ ਪਹਿਲੀ ਇਕੁਏਸ਼ਨ ਆਈ ਆ ਰੇਂਜ ਵਾਲੀ, ਆ ਰੇਂਜ ਦੇ ਵਿੱਚ ਟੀ ਆਇਆ ਨਾ, ਤਾਂ ਆ ਟੀ ਦੀ ਵੈਲਿਊ 'ਚ ਭਰੋ। ਤਾਂ ਪੁੱਟ ਵੈਲਿਊ ਆਫ, ਇੱਥੇ ਲਿਖ ਲੈਣਾ, ਪੁੱਟ ਵੈਲਿਊ ਆਫ ਟੀ ਇਨ ਆਰ, ਟੀ ਇਨ ਫਸਟ ਇਕੁਏਸ਼ਨ। ਤਾਂ ਇਹਨੂੰ ਫਸਟ ਇਕੁਏਸ਼ਨ ਦੇ ਦਿਓ ਆਰ ਰੇਂਜ ਵਾਲੀ ਨੂੰ, ਤੇ ਇਹਦੇ ਭਰ ਦੇਣਾ। ਤਾਂ ਆਰ ਕੀ ਆ ਗਿਆ? 2uxuy/g। ਹਾਂ, ਤੁਹਾਡੇ ਕੋਲ ਇਹ ਸੈਕਿੰਡ ਫਾਰਮੂਲਾ, ਇਹ ਵੀ ਟਾਈਮ ਆਪਾਂ ਰੇਂਜ ਦਾ ਹੁਣ ਆਹ ਫਾਰਮੂਲਾ ਆ ਗਿਆ ਤੁਹਾਡਾ। ਠੀਕ ਆ, ਤਾਂ ਆਹ ਰੇਂਜ ਦਾ ਫਾਰਮੂਲਾ ਆਹ ਯੂਜ਼ ਕਰਨਾ। ਠੀਕ ਆ ਗਿਆ ਟਾਈਮ ਆਫ ਫਲਾਈਟ ਦਾ, ਆਹ ਦੋ ਫਾਰਮੂਲੇ ਤੁਹਾਡੇ ਆ ਗਏ, ਟਾਈਮ ਆਫ ਫਲਾਈਟ ਤੇ ਰੇਂਜ। ਹੁਣ ਸਪੋਜ਼ ਕਰੋ ਆਪਣੀ ਜਿਹੜੀ ਚੀਜ਼ ਆ, ਹੁਣ ਪ੍ਰੋਜੈਕਟਾਈਲ ਹੁੰਦਾ ਕੀ ਆ? ਮੇਨ ਚੀਜ਼ ਪ੍ਰੋਜੈਕਟਾਈਲ। ਤਾਂ ਪ੍ਰੋਜੈਕਟਾਈਲ ਹੁੰਦਾ ਜਿਹੜਾ ਕੋਈ ਵੀ ਚੀਜ਼ ਤੁਸੀਂ ਜਿਵੇਂ ਬਾਲ ਨੂੰ ਥਰੋ ਕਰਦੇ ਆ, ਅਲੋਂਗ ਐਕਸ ਐਕਸਿਸ ਵੀ ਜਾਵੇ, ਕੋਈ ਚੀਜ਼ ਅਲੋਂਗ ਐਕਸ ਐਕਸਿਸ ਜਾਵੇ, ਤੇ ਨਾਲ ਦੀ ਨਾਲ ਇੱਧਰ ਨੂੰ ਤਾਂ ਜਾਵੇ ਨਾਲ ਦੀ ਨਾਲ ਤਾਂ ਨੂੰ ਵੀ ਜਾਵੇ, ਤਾਂ ਉਹ ਕਿਹੜੀ ਹੁੰਦੀ ਆ? ਬਾਲ। ਬਾਲ ਨੂੰ ਦੇਖੋ ਤੁਸੀਂ, ਆਪਾਂ ਬਾਲ ਨੂੰ ਥਰੋ ਕਰਦੇ ਆ ਆਪਦੀ ਡੇਲੀ ਲਾਈਫ ਦੇ ਵਿੱਚ, ਤਾਂ ਬਾਲ ਨੂੰ ਐਂ ਥਰੋ ਕਰਦੇ ਆ ਕਰਕੇ, ਤਾਂ ਬਾਲ ਉੱਪਰ ਨੂੰ ਵੀ ਜਾ ਰਹੀ ਹੁੰਦੀ ਆ ਅਲੋਂਗ ਵਾਈ ਐਕਸਿਸ, ਕਿਉਂਕਿ ਤਾਂ ਨੂੰ ਡਿਸਟੈਂਸ ਵੀ ਲੈਂਦੀ ਆ, ਤੇ ਇੱਧਰ ਨੂੰ ਵੀ ਜਾ ਰਹੀ ਹੁੰਦੀ ਆ ਅਲੋਂਗ ਐਕਸ ਐਕਸਿਸ ਜਾ ਰਹੀ ਹੁੰਦੀ ਆ। ਤਾਂ ਇਹ ਜਿਹੜੀ ਤੁਹਾਡਾ ਹੈਗਾ ਉਹ ਹੈਗਾ ਪ੍ਰੋਜੈਕਟਾਈਲ ਮੋਸ਼ਨ। ਤਾਂ ਪ੍ਰੋਜੈਕਟਾਈਲ ਮੋਸ਼ਨ ਹੈਗਾ ਉਹ ਚੀਜ਼ ਜਿਹੜੀ ਇੱਕੋ ਟਾਈਮ ਤੇ ਉੱਪਰ ਨੂੰ ਵੀ ਜਾਵੇ ਤੇ ਅੱਗੇ ਨੂੰ ਵੀ ਜਾਵੇ। ਜਿਵੇਂ ਤੁਹਾਨੂੰ ਬਾਲ ਦੀ ਐਗਜ਼ਾਮਪਲ ਦੇ ਦਿੱਤੀ, ਬਾਲ ਥਰੋ ਕਰਦੇ ਆ ਤਾਂ ਬਾਲ ਤਾਂ ਨੂੰ ਸਿੱਟੋਗੇ ਤਾਂ ਤਾਂ ਨੂੰ ਵੀ ਜਾਊਗੀ, ਥੋੜਾ ਐਂਗਲ ਤੇ, ਕਿਸੇ ਐਂਗਲ ਤੇ, ਜਮਾਂ ਸਿੱਧੀ ਨਹੀਂ ਸਿੱਟਣੀ, ਕਿਸੇ ਐਂਗਲ ਤੇ, ਤਾਂ ਉਹ ਅੱਗੇ ਨੂੰ ਵੀ ਜਾਊਗੀ ਲੌਂਗ ਐਕਸ ਐਕਸ। ਤਾਂ ਉਹ ਹੈਗਾ ਤੁਹਾਡਾ ਪ੍ਰੋਜੈਕਟਾਈਲ ਮੋਸ਼ਨ। ਤਾਂ ਆਹ ਦੇਖੋ, ਆ ਬਾਲ ਨੂੰ ਮੈਂ ਸਿੱਟਿਆ ਇਸ ਡਾਇਰੈਕਸ਼ਨ ਦੇ ਵਿੱਚ। ਠੀਕ ਆ, ਤਾਂ ਇਹ ਕੀ ਹੋ ਜਾਊਗਾ ਤੁਹਾਡਾ? ਪ੍ਰੋਜੈਕਟਾਈਲ ਮੋਸ਼ਨ। ਤਾਂ ਕਿੰਨੀ ਵੈਲੋਸਿਟੀ ਹੋ ਗਈ? ਉਹਦੀ ਸਟਾਰਟਿੰਗ ਵੈਲੋਸਿਟੀ ਆਪਾਂ ਲੈ ਲਈ u। ਉਹ ਕਿੰਨਾ ਐਂਗਲ ਬਣਾਉਂਦੀ ਹੈ? ਧਰਤੀ ਦੇ ਨਾਲ ਆਪਾਂ ਮੰਨਦੇ ਹਾਂ ਥੀਟਾ ਐਂਗਲ ਬਣਾਉਂਦੀ ਹੈ। ਠੀਕ ਆ, ਤਾਂ ਦੇਖੋ ਹੁਣ ਅਲੋਂਗ ਐਕਸ ਐਕਸਿਸ ਉਹਦੀ ਵੈਲੋਸਿਟੀ ਜੇ ਕੋਈ ਕਿਸ ਚੀਜ਼ ਨੂੰ ਸਿੱਟਦੇ ਤਾਂ ux ਹੁੰਦੀ ਆ, ਅਲੋਂਗ ਵਾਈ ਐਕਸਿਸ ਸਿੱਟਦੇ ਆ ਤਾਂ ਉਹਦੀ ਸਟਾਰਟਿੰਗ ਵੈਲੋਸਿਟੀ uy ਹੁੰਦੀ ਆ। ਆਪਾਂ ਕੀ ਆ ਵਿੱਚ ਵਿਚਾਲੇ ਸਿੱਟਿਆ ਨਾ, ਉਹ ਚੀਜ਼ ਐਕਸ ਐਕਸਿਸ ਵੱਲ ਵੀ ਜਾ ਰਹੀ ਆ ਤੇ ਵਾਈ ਵੱਲ ਨੂੰ ਵੀ ਤਾਂ ਨੂੰ ਵੀ ਜਾ ਰਹੀ ਆ, ਤਾਂ u ਵੈਲੋਸਿਟੀ ਨਾਲ ਜਾ ਰਹੀ ਹੈ। ਦੇਖੋ ਤਾਂ ਇਹ ਕੀ ਆ? ਕੁਛ ਇਸ ਤਰ੍ਹਾਂ ਡਿਸਟੈਂਸ ਕਵਰ ਕਰੂਗੀ, ਤਾਂ ਜਾ ਕੇ ਫਿਰ ਤਾਂ ਜਾ ਕੇ ਐਂ ਮੁੜ ਕੇ ਇੱਥੇ ਡਿੱਗ ਪਊਗੀ ਚੀਜ਼। ਠੀਕ ਆ, ਇੱਥੇ ਆ ਕੇ ਡਿੱਗ ਪਊਗੀ। ਹੁਣ ਦੇਖੋ ਆਪਾਂ ਕੀ ਪਤਾ ਕਰਨਾ, ਤੀਸਰਾ ਫਾਰਮੂਲਾ ਤੁਹਾਡਾ ਹਾਈਟ। ਆ ਜਿਹੜਾ ਆਪਣਾ ਪ੍ਰੋਜੈਕਟਾਈਲ ਆ, ਪ੍ਰੋਜੈਕਟਾਈਲ ਉਹਨੇ ਕਿੰਨੀ ਹਾਈਟ
ਤੈਅ ਕੀਤੀ ਆ। ਹਾਈਟ ਮਤਲਬ ਜਮਾ ਮੈਕਸਿਮਮ ਤਾਂ ਤੱਕ ਕਿੱਥੋਂ ਤੱਕ ਗਿਆ, ਟੌਪ ਹਾਈਟ। ਤਾਂ ਆਪਾਂ ਇਹ ਤੇ ਲਾਵਾਂਗੇ ਤੀਜੀ ਇਕੁਏਸ਼ਨ, v ਸਕੁਅਰ ਮਾਈਨਸ u ਸਕੁਅਰ ਬਰਾਬਰ 2as। ਤਾਂ ਉੱਪਰ ਨੂੰ ਜਦੋਂ ਚੀਜ਼ ਗਈ ਆ ਦੇਖੋ, ਤਾਂ ਆਪਾਂ ਹਾਈਟ ਦੇਖਣੀ ਆ ਤਾਂ ਨੂੰ, ਤਾਂ ਨੂੰ ਫਿਰ ਕਿਹੜੀ ਐਕਸਿਸ ਲਵਾਂਗੇ, ਐਕਸ ਐਕਸਿਸ ਕੇ ਵਾਈ ਐਕਸਿਸ। ਤਾਂ ਹਾਈਟ ਬੇਸ ਤੇ ਵਾਈ ਐਕਸਿਸ ਲੈਣੀ ਪਊ ਤਾਂ ਨੂੰ। ਤਾਂ ਵੀ ਵਾਈ ਸਕੁਅਰ ਮਾਈਨਸ ਯੂ ਵਾਈ ਸਕੁਅਰ, ਮਤਲਬ ਵੀ ਸਕੁਅਰ ਮਾਈਨਸ ਯੂ ਸਕੁਅਰ ਵੀ ਹੈਗਾ ਵੀ ਵਾਈ ਸਕੁਅਰ ਯੂ ਵਾਈ ਸਕੁਅਰ ਆ ਗਿਆ, ਬਰਾਬਰ 2as। ਇਹ ਕੀ ਆ, ਐਕਸਲਰੇਸ਼ਨ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਕਿੰਨੀ ਹੋਊਗੀ ਇਹਦੀ ਹੈਗਾ g। ਤਾਂ ਨੂੰ ਚੀਜ਼ ਸਿੱਟੀ ਆ ਤਾਂ ਮਾਈਨਸ g, ਠੀਕ ਆ, ਇੱਥੇ ਮਾਈਨਸ g ਲੈ ਲਓ। ਹਾਈਟ s ਦੀ s ਕੀ ਹੁੰਦੀ ਹੈ, ਡਿਸਟੈਂਸ। ਤਾਂ ਕਿ ਆਪਾਂ ਤਾਂ ਨੂੰ ਡਿਸਟੈਂਸ ਕੀ ਹੁੰਦੀ ਹੈ, ਹਾਈਟ। ਤਾਂ s ਦੀ ਹੈਗਾ h ਲੈ ਲਓ, ਠੀਕ ਆ, ਆਪਾਂ ਹਾਈਟ ਪਤਾ ਕਰਨੀ ਹੈ। ਦੇਖੋ vy ਕੀ ਜੋ ਹੋਊਗੀ ਜਮਾ ਟੌਪ ਤੇ ਜਾ ਕੇ, ਟੌਪ ਤੇ ਜਾ ਕੇ ਜਿਹੜੀ ਫਾਈਨਲ ਵੈਲੋਸਿਟੀ ਹੋਊਗੀ ਉਹ 0 ਹੋ ਜਾਊਗੀ। ਕਿਉਂ 0 ਹੋ ਜਾਊਗੀ, ਦੇਖੋ ਟੌਪ ਤੇ ਜਾ ਕੇ ਉਹ ਚੀਜ਼ ਨੇ ਉੱਪਰ ਨੂੰ ਤਾਂ ਜਾਣਾ ਨਹੀਂ, ਠੀਕ ਆ। ਜੇ ਜੋ ਤਾਂ ਨੂੰ ਤੁਰੀ ਜਾਵੇ ਮਤਲਬ ਤਾਂ ਨੂੰ ਵੈਲੋਸਿਟੀ ਉਹਦੀ ਹੈਗੀ ਆ। ਜੇ ਤਾਂ ਨੂੰ ਵੈਲੋਸਿਟੀ ਹੈ ਨਹੀਂ ਗੀ ਤਾਂ ਉਹਨੇ ਚੀਜ਼ ਨੇ ਥੱਲੇ ਡਿੱਗਣਾ। ਤਾਂ ਇਸ ਪੁਆਇੰਟ ਤੇ ਆ ਕੇ ਜਿਹੜੀ ਫਾਈਨਲ ਵੈਲੋਸਿਟੀ ਆ vy ਉਹ 0 ਆ, ਤਾਂ ਹੀ ਉਹ ਥੱਲੇ ਆਉਣੀ ਸ਼ੁਰੂ ਹੋ ਜਾਊਗੀ। ਜਮਾਂ ਹਾਈਟ ਤੇ ਆ ਕੇ ਉਹਨੇ ਥੱਲੇ ਆਉਣਾ ਸ਼ੁਰੂ ਹੋ ਜਾਣਾ। ਕਿਉਂ, ਕਿਉਂਕਿ ਉਹਦੇ ਕੋਲ ਜਿਹੜੀ ਤਾਂ ਵਾਲੀ ਵੈਲੋਸਿਟੀ ਸੀਗੀ vy ਉਹ 0 ਹੋ ਗਈ, ਫਾਈਨਲ ਵੈਲੋਸਿਟੀ ਉੱਪਰ ਨੂੰ ਵਰਟੀਕਲ ਡਾਇਰੈਕਸ਼ਨ ਦੇ ਵਿੱਚ। ਤਾਂ 0, ਜੇ ਇਹ ਵੈਲੋਸਿਟੀ ਫਾਈਨਲ ਵੈਲੋਸਿਟੀ 0 ਨਾ ਹੋਵੇ ਤਾਂ ਇਹ ਬਾਲ ਤਾਂ ਹੀ ਤੁਰੀ ਜਾਊ, ਇਹਨੇ ਥੱਲੇ ਨਹੀਂ ਆਉਣਾ, ਠੀਕ ਆ। ਤਾਂ ਜਮਾਂ ਟੌਪ ਤੇ ਆ ਕੇ ਇਹਦੀ ਜਦੋਂ vy 0 ਹੋ ਜਾਂਦੀ ਆਪਾਂ 0 ਭਰਤੀ, ਜਮਾਂ ਹਾਈਟ ਤੇ ਆ ਕੇ vy ਦੇਗਾ 0 ਭਰਿਆ, uy ਉਵੇਂ 2gh ਉਵੇਂ ਮਾਈਨਸ ਦਾ। ਹੁਣ ਆ ਮਾਈਨਸ ਦੇ ਨਾਲ ਮਾਈਨਸ ਕੱਟਿਆ, ਆਪ ਨੂੰ ਚਾਹੀਦੀ ਕੀ ਹਾਈਟ, ਹਾਈਟ ਨੂੰ ਇੱਥੇ ਪੈ ਰਹਿਣ ਦਿਓ। ਆ 2g ਇੱਧਰ ਆ ਕੇ ਡਿਵਾਈਡ ਹੋ ਗਿਆ, ਆ ਮਾਈਨਸ ਨਾਲ ਮਾਈਨਸ ਕੱਟੀ ਗਈ। ਤਾਂ h ਬਰਾਬਰ uy ਸਕੁਅਰ ਅਪੋਨ 2g। ਤਾਂ ਆ ਕੀ ਆ ਗਿਆ ਤੁਹਾਡਾ, ਹਾਈਟ ਆਫ ਪ੍ਰੋਜੈਕਟਾਈਲ ਜਾਂ ਹਾਈਟ ਆਫ ਫਲਾਈਟ ਵੀ ਬੋਲਿਆ ਜਾਂਦਾ। ਤਾਂ ਤੁਹਾਡੇ ਕੋਲ 3 ਫਾਰਮੂਲੇ ਆ ਗਏ ਆਪਣੇ ਕੋਲੇ, ਠੀਕ ਆ। ਹਾਈਟ, ਟਾਈਮ ਆਫ ਫਲਾਈਟ ਤੇ ਰੇਂਜ ਆਫ ਲਾਈਟ। ਤਾਂ ਤਿੰਨੇ ਫਾਰਮੂਲੇ ਤੁਸੀਂ ਯਾਦ ਕਰਨੇ ਆ, ਠੀਕ ਆ। ਇਹ ਤਿੰਨੇ ਫਾਰਮੂਲੇ ਇਕੁਏਸ਼ਨ ਦੇ ਵਿੱਚ ਹੁਣ ਆਖਰ ਤੇ ਤੁਹਾਡੇ ਕੋਲ ਆਉਣਗੇ, ਜੋ ਡੈਰੀਵੇਸ਼ਨ ਕੀਤੀ ਆ। ਤਾਂ ਐਂਡ ਤੇ ਆ ਤਿੰਨੇ ਚੀਜ਼ਾਂ ਆਪਾਂ ਫਾਈਂਡ ਕਰਨੀਆਂ, ਠੀਕ ਆ। ਹੁਣ ਲੇਕਿਨ ਨੂਮੈਰੀਕਲਸ ਦੇ ਵਿੱਚ ਹੁਣ ਥੋੜਾ ਇਹਨੂੰ ਹੋਰ ਆਪਾਂ ਅੱਗੇ ਕਰਨਾ ਇਸੇ ਡੈਰੀਵੇਸ਼ਨ ਨੂੰ, ਵੀ ਕੀ ਹੋਊਗਾ ਨਾ, ਤੁਹਾਨੂੰ ਜੋ ਨੂਮੈਰੀਕਲ ਦਿੱਤੇ ਹੋਣਗੇ ਤੁਹਾਨੂੰ uy ਜਾਂ ux ਦੀ ਵੈਲਿਊ ਨਹੀਂ ਦਿੱਤੀ ਹੋਊਗੀ, ਤੁਹਾਨੂੰ ਦਿੱਤੀ ਹੋਊਗੀ u ਦੀ ਵੈਲਿਊ। ਤਾਂ ਤੁਹਾਨੂੰ ਖੁਦ u ਦੀ ਵੈਲਿਊ ਪਹਿਲਾਂ ਫਾਈਂਡ ਕਰਨੀ ਪਊਗੀ, ਠੀਕ ਆ। uy ਦੀ u ਦਿੱਤੀ ਹੋ, uy ਤੇ ux ਦੀ ਫਾਈਂਡ ਕਰਨੀ ਹੋ। ਜਿਵੇਂ ਹਾਈਟ ਕੱਢਣੀ ਆ, ਤੁਹਾਨੂੰ u ਦੀ ਵੈਲਿਊ ਦੇਤੀ, ਲੇਕਿਨ ਤੁਹਾਨੂੰ ਫਾਰਮੂਲੇ 'ਚ ਕੀ ਆ uy। ਤਾਂ ਤੁਸੀਂ ਉਹ u ਦਾ ਯੂਜ਼ ਕਰਕੇ uy ਕੱਢ ਲਓਗੇ, ਓਵਰ 2g ਦਾ ਤੁਸੀਂ ਲਾਈ ਦੋਗੇ। ਹੁਣ ਕਿਵੇਂ ਕੱਢਾਂਗੇ ਦੇਖੋ। ਤਾਂ ਨਾ ਇਹ ਕੱਢਣ ਵਾਸਤੇ ਆਪਾਂ ਕੀ ਆ ਲਵਾਂਗੇ, ਟ੍ਰਿਗਨੋਮੈਟਰੀ ਦਾ ਸਾਰਾ ਟ੍ਰਿਗਨੋਮੈਟਰੀ। ਤਾਂ ਇੱਥੇ ਕੀ ਆ, ਪਰਪੈਂਡੀਕੂਲਰ ਸਿੱਟੋ। ਤਾਂ ਕੀ ਆ ਕਿਹਦੇ ਬਰਾਬਰ ਆ, ਜਿਵੇਂ ਆਹ ਤੁਹਾਡੇ ਕੋਲੇ, ਚਲੋ ਇੱਥੇ ਲੈ ਲੈਂਦੇ ਆ ਆਪਾਂ uy। ਤਾਂ uy ਦੇ ਬਰਾਬਰ ਆਹ ਇੱਥੋਂ ਲੈ ਕੇ ਆਏ ਤੱਕ। ਤਾਂ ਫਿਰ ਆ ਜਿਹੜਾ ਸਿੱਟਿਆ ਆ ਸੇਮ ਆ ਇਹਦੇ, ਆ ਵੀ ਕੀ ਆ ਜਾਊਗਾ uy। ਹੁਣ ਪਹਿਲਾਂ ਲਾਵਾਂਗੇ cos ਥੀਟਾ। ਤਾਂ ਆ ਰਾਈਟ ਐਂਗਲ ਟ੍ਰਾਇੰਗਲ ਬਣ ਗਈ, ਆ ਰਾਈਟ 90 ਡਿਗਰੀ ਤੇ ਐਂਗਲ ਆ। ਤਾਂ cos ਥੀਟਾ, ਤਾਂ cos ਥੀਟਾ ਲਾਇਆ। ਤਾਂ cos ਥੀਟਾ ਕਿਹਦੇ ਬਰਾਬਰ ਹੁੰਦਾ, ਬੇਸ ਅਪੋਨ ਪੰਡਤ ਬਦਰੀ ਪ੍ਰਸ਼ਾਦ ਵਾਲੇ ਚਲਾ ਲੈਣਾ, ਪੰਡਤ ਬਦਰੀ ਪ੍ਰਸ਼ਾਦ ਵਾਲੇ ਬੇਸ ਅਪੋਨ ਹਾਈਪੋਟੇਨਿਊਸ। ਤਾਂ ਬੇਸ ਦੇਖੋ ਇਸ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ ਕਿਹੜਾ, ਆਹ ਕਿੰਨਾ ਇਹ ਥੱਲੇ ux ਅਪੋਨ ਹਾਈਪੋਟੇਨਿਊਸ ਕਿਹੜਾ ਹੁੰਦਾ, ਹਾਈਪੋਟੇਨਿਊਸ ਹੈਗਾ ਆਹ u। ਤਾਂ ਕਿੰਨਾ ਆ ਗਿਆ, ਆ u ਇੱਧਰ ਆ ਵੜਿਆ। ਤਾਂ u cos ਥੀਟਾ ਬਰਾਬਰ ux। ਤਾਂ ਤੁਹਾਡੇ ਕੋਲੇ ux ਦੀ ਵੈਲਿਊ ਕਿਹਦੇ ਬਰਾਬਰ ਆ ਗਈ, u cos ਥੀਟਾ ਦੇ। ਤਾਂ ਤੁਹਾਨੂੰ ਥੀਟਾ ਦਿੱਤਾ ਹੋਊਗਾ, ਠੀਕ ਆ। ਤਾਂ ਤੁਹਾਨੂੰ u ਹੀ ਦਿੱਤੀ ਹੋਊਗੀ, ਤਾਂ ਤੁਸੀਂ u ਦੀ ਵੈਲਿਊ ਭਰ ਕੇ ਥੀਟੇ ਦੀ ਵੈਲਿਊ ਭਰ ਕੇ cos ux ਦੀ ਵੈਲਿਊ ਕੱਢ ਲਾਂਗੇ। ਤਾਂ ਆ ਜਿਹੜੀ ਇਕੁਏਸ਼ਨ ਹੈ ਇਹ 'ਚ ਭਰ ਕੇ ਦੇਖ ਲੈਂਦੇ ਆਪਾਂ, ਜਿੱਥੇ ਇੱਥੇ ux ਆ ਤਾਂ ਕਿੱਥੇ ਆ ਰੇਂਜ। ਤਾਂ ਹੁਣ ਜਿਹੜੀ ਤੁਹਾਡੀ ਨਵੀਂ ਰੇਂਜ ਆਈ, ਪਹਿਲਾਂ ਕਿੰਨੀ ਸੀ 2uy uxy ਦੀ, ਹੁਣ 2 ਚਲੋ uy ਦੀ ਆਪਾਂ ਇਕੱਠੀ ਭਰਾਂਗੇ, ਹਜੇ ਨਹੀਂ। ਹੁਣ ਦੇਖੋ ਇੱਥੇ ਇੱਕ ਵਾਰੀ cos ਲਾਤਾ, ਇੱਕ ਵਾਰੀ ਲਾ ਦੋ sin ਥੀਟਾ, sin ਥੀਟਾ cos ਥੀਟਾ sin ਥੀਟਾ ਲਾਉਣਾ। sin ਥੀਟਾ ਕੀ ਆ ਜਾਊਗਾ, ਪਰਪੈਂਡੀਕੂਲਰ ਅਪਨ ਹਾਈਪੋਟੇਨਿਊਸ। ਪਰਪੈਂਡੀਕੂਲਰ ਦੇਖੋ ਕਿੰਨਾ ਇਹ ਟ੍ਰਾਇੰਗਲ ਦੇ ਵਿੱਚ, ਆਹ uy ਅਪਨ ਹਾਈਪੋਟੇਨਿਊਸ ਕਿੰਨਾ u ਇੱਧਰ ਆ ਵੜੀ,
u sin ਥੀਟਾ ਇਜ਼ ਇਕੁਅਲ ਟੂ u y। ਤਾਂ ਦੇਖੋ ux ਕਿਹਦੇ ਬਰਾਬਰ ਆ ਗਿਆ u cos ਥੀਟਾ ਦੇ, uy ਕਿਹਦੇ ਬਰਾਬਰ ਆ ਗਿਆ u sin ਥੀਟਾ ਦੇ। ਠੀਕ ਆ, ਹੁਣ ਜਿੱਥੇ ਇੱਥੇ ਆ ਜਿਹੜੀਆਂ ਤਿੰਨ ਇਕੁਏਸ਼ਨਾਂ, ਜਿੱਥੇ ਇੱਥੇ u y ਆ ਉੱਥੇ ਕੀ ਭਰੋਗੇ u sin ਥੀਟਾ, ਜਿੱਥੇ ਇੱਥੇ u x ਆ ਉੱਥੇ ਭਰੋਗੇ u cos ਥੀਟਾ। ਤਾਂ ਭਰ ਦਿੰਨੇ ਆ, ਰੇਂਜ ਦੀ ਵੈਲਿਊ ਕੀ ਆ ਗਈ 2uy u sin ਥੀਟਾ ux u cos ਥੀਟਾ अपॉन g। ये पहली इक्वेशन। सेकंड इक्वेशन हाइट u बाई स्केयर आ, u बाई स्केयर आ तो मतलब u स्केयर साइन स्केयर थीटा अपॉन 2g आ हाइट आ। अपने को टाइम 2u मतलब 2u साइन थीटा अपॉन g। ਤਾਂ ਆ ਤੁਹਾਡੇ ਕੋਲੇ ਹੁਣ ਤਿੰਨ ਇਕੁਏਸ਼ਨ ਆ, ਤੁਹਾਡੀ ਕਿਤਾਬ ਦੇ ਵਿੱਚ ਆ ਖੱਤੇ ਕੱਢੀਆਂ ਹੋਣਗੀਆਂ 2u sin ਥੀਟਾ u cos ਥੀਟਾ ਓਵਰ g, ਹਾਈਟ ਆ ਗਈ ਆ, ਤੇ ਤੁਸੀਂ ਐਂਡ ਤੇ ਆ ਕੱਢ ਕੇ ਆਉਣੀਆਂ ਤਿੰਨੇ। ਠੀਕ ਆ, ਡੈਰੀਵੇਸ਼ਨ ਦੇ ਵਿੱਚ ਜੋ ਤੁਹਾਨੂੰ 6 ਨੰਬਰ ਦੀ ਆਊਗੀ। ਸਟਾਰਟਿੰਗ ਤੋਂ ਸ਼ੁਰੂ ਕਰਨਾ, ਸਟਾਰਟਿੰਗ ਤੋਂ ਸ਼ੁਰੂ ਕਰਕੇ ਡਾਇਗਰਾਮ ਬਣਾ ਦੀ, ਇੱਕ ਹੀ ਬਣਾ ਦਿਓ, ਆਹ ਇੱਥੋਂ ਤੱਕ ਪਹੁੰਚ ਜਾਣਾ। ਠੀਕ ਆ, ਹੁਣ ਇੱਕ ਕੇਸ ਹੁੰਦੇ ਆ ਸਪੈਸ਼ਲ, ਉਹ ਵੀ ਕਰ ਹੀ ਲੈਂਦੇ ਆ। ਕੇਸ ਮੈਕਸਿਮਮ ਹਾਈਟ ਕਿੱਥੋਂ ਤੱਕ ਜਾਊਗੀ? ਮੈਕਸਿਮਮ ਹਾਈਟ ਜੇ ਆਪਾਂ ਚਾਹੀਦੀ ਆ ਵੀ ਆਪਣੀ ਜਿਹੜੀ ਬੋਲ ਆ ਜਮਾਂ ਮੈਕਸਿਮਮ ਹਾਈਟ ਪਹੁੰਚੇ, ਪੂਰਾ ਉੱਪਰ ਜਾਵੇ, ਤਾਂ ਕਿੰਨੇ ਐਂਗਲ ਤੇ ਸਿੱਟਣਾ ਪਊਗਾ? ਤਾਂ 45 ਡਿਗਰੀ ਐਂਗਲ, ਥੀਟਾ 45 ਲਵੋ, ਥੀਟਾ 45 ਲਓ। ਜੇ ਤੁਸੀਂ 45 ਡਿਗਰੀ ਨਾਲ ਸਿੱਟੋਗੇ ਬੋਲ ਨੂੰ ਤਾਂ ਮੈਕਸਿਮਮ ਹਾਈਟ ਤੇ ਪਹੁੰਚੂਗੀ। ਠੀਕ ਹੈ, ਤਾਂ ਥੀਟਾ 45 ਲਓਗੇ। ਐਚ ਦੀ ਜਗ੍ਹਾ ਆ ਜਿਹੜਾ ਐਚ ਦੇ ਵਿੱਚ ਥੀਟਾ ਨੂੰ 45 ਭਰ ਲਓ। u sin स्केयर 45 डिग्री ओवर 2g u स्केयर sin 45 की वैल्यू कितनी है 1 ओवर √2, लेकिन sin ਦਾ स्केयर भी आ ਤਾਂ 1/2 ਤੇ ਥੱਲੇ 2g ਵੀ ਹੈਗਾ, ਤਾਂ ਕਿੰਨਾ ਆ ਗਿਆ u स्केयर ओवर 4g। ਤਾਂ ਆ ਕੀ ਆ ਗਿਆ ਤੁਹਾਡੇ ਕੋਲੇ ਬਈ ਮੈਕਸਿਮਮ ਹਾਈਟ ਕਦੋਂ ਹੋਊਗੀ? ਜਦੋਂ ਥੀਟਾ ਕੀ ਹੋਊਗਾ 45 ਡਿਗਰੀ ਤੇ ਸਿੱਟੋਗੇ। ਉਸ ਹਿਸਾਬ ਨਾਲ ਆਪਦੇ ਹੱਥ ਨੂੰ ਸਿੱਟਣਾ, ਆਪਦੇ ਹੱਥ ਨੂੰ ਮੂਵ ਕਰਨਾ ਵੀ ਐਂਗਲ 45 ਬਣੇ, ਤਾਂ ਤੁਹਾਡੇ ਕੋਲੇ ਮੈਕਸਿਮਮ ਹਾਈਟ ਆ ਜੂਗੀ ਇੰਨੀ। ਠੀਕ ਆ, ਇਸੇ ਤਰ੍ਹਾਂ ਟਾਈਮ ਦੇ ਵਿੱਚ ਵੀ ਥੀਟਾ 45 ਭਰੋ ਵੀ ਮੈਕਸਿਮਮ ਟਾਈਮ ਤੱਕ ਬੋਲ ਹਵਾ 'ਚ ਰਵੇ, ਤਾਂ ਉੱਥੇ ਵੀ ਥੀਟਾ 45 2u sin 45 ਡਿਗਰੀ ਓਵਰ g t is equal to 2u sin 45 ਕਿੰਨਾ ਹੁੰਦਾ 1/√2 g। ਆ √2 ਨਾ 2 ਨੂੰ √2 ਖੋਲ ਸਕਦੇ ਆ, t is equal to √2u upon g। ਆ ਤੁਹਾਡੇ ਕੋਲ ਆ ਗਿਆ ਟਾਈਮ। ਤਾਂ ਬਸ ਇਹ ਸੀਗੇ ਬੱਚਿਓ, ਤੇ ਇਹ ਸੀ ਤੁਹਾਡਾ ਪ੍ਰੋਜੈਕਟਾਈਲ ਮੋਸ਼ਨ। ਤਾਂ ਪ੍ਰੋਜੈਕਟਾਈਲ ਮੋਸ਼ਨ ਕੀ ਹੁੰਦਾ? ਜਦੋਂ ਆਪਾਂ ਬੋਲ ਨੂੰ ਸਿੱਟ ਗਏ ਤਾਂ ਉਹ ਸਿੱਧਾ ਵੀ ਮੂਵ ਕਰੇ ਤੇ ਨਾਲ ਦੀ ਨਾਲ ਤਾਂ ਨੂੰ ਵੀ ਮੂਵ ਕਰੇ, 2 ਡਾਇਮੈਂਸ਼ਨਸ ਦੇ ਵਿੱਚ ਮੂਵ ਕਰੇ, ਲੌਂਗ x ਐਕਸਿਸ ਤੇ ਲੌਂਗ y ਐਕਸਿਸ, ਤਾਂ ਉਹਨੂੰ ਪ੍ਰੋਜੈਕਟਾਈਲ ਮੋਸ਼ਨ